ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਐਸਸੀ ਸਮਾਜ ਵਿਰੁੱਧ ਬੋਲੀ ਗਈ ਭੱਦੀ ਸ਼ਬਦਾਵਲੀ ਦੇ ਖਿਲਾਫ ਅੱਜ ਬਲਾਕ ਬਲਾਚੌਰ ਦੇ ਕਾਂਗਰਸ ਪਾਰਟੀ ਦੇ ਚੇਅਰਮੈਨ ਧਰਮਪਾਲ ਅਤੇ ਸਮੂਹ ਮੈਂਬਰਾਂ ਵੱਲੋਂ ਸੁਨੀਲ ਜਾਖੜ ਜੀ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਤਿੱਖੇ ਸ਼ਬਦਾਂ ਵਿੱਚ ਉਹਨਾਂ ਵੱਲੋਂ ਬੋਲੀ ਗਈ ਭੱਦੀ ਸ਼ਬਦਾਵਲੀ ਖਿਲਾਫ ਦੱਸਿਆ ਗਿਆ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਕਾਂਗਰਸ ਪਾਰਟੀ ਨੇ ਉਸ ਦੇ ਖਿਲਾਫ ਕੋਈ ਸਖਤ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਦਾ ਖਾਮਿਆਜ਼ਾ ਭੁਗਤਣਾ ਪਵੇਗਾ। ਇਸ ਵਿਸ਼ੇਸ਼ ਰਿਪੋਰਟ ਪੱਤਰਕਾਰ ਅਨਮੋਲ ਸਿੰਘ ਦੇ ਨਾਲ ਰਾਮਲਾਲ। ਅਸੀਂ ਅੱਜ ਬਲਾਚੌਰ ਐਸਸੀ ਸਮਾਜ ਦੇ ਸਾਰੇ ਅਹੁਦੇਦਾਰ ਆਪ ਦੇ ਚੈਨਲਾਂ ਰਾਹੀਂ ਲੋਕਾਂ ਨੂੰ ਆਪਣੇ ਐਸਸੀ ਸਮਾਜ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ। ਜੋ ਪਿਛੇ ਜਿਹੇ 2 ਦਿਨਾਂ ਦੇ ਵਿੱਚ ਜਾਖੜ ਨੇ ਸਾਡੇ ਐਸਸੀ ਸਮਾਜ ਲਈ ਸਰਦਾਰ ਚੰਨੀ ਮੁੱਖ ਮੰਤਰੀ ਪੰਜਾਬ ਦੇ ਲਈ ਘਟੀਆ ਸ਼ਬਦ ਬੋਲੇ ਆ। ਪੰਜਾਬ ਦੇ ਵਿੱਚ ਇਸ ਗੱਲ ਦੀ ਚਰਚਾ ਛਿੜ ਗਈ ਆ, ਜਿਹਦੇ ਵਿੱਚ ਅਸੀਂ ਅੱਜ ਬਲਾਚੌਰ ਦੇ ਐਸਸੀ ਸਮਾਜ ਦੇ ਅਹੁਦੇਦਾਰ ਇਸ ਗੱਲ ਦੀ ਨਿੰਦਿਆ ਕਰਨ ਲਈ ਇਕੱਠੇ ਹੋਏ ਹਾਂ। ਮੈਂ ਆਪਣੇ ਸਾਰੇ ਸਾਥੀਆਂ ਸਮੇਤ ਉਹਨਾਂ ਦੇ ਬੋਲੇ ਹੋਏ ਸ਼ਬਦਾਂ ਦੀ ਬਹੁਤ ਪੁਰਜ਼ੋਰ ਨਿੰਦਿਆ ਕਰਦਾ ਹਾਂ। ਮੈਂ ਹਾਈ ਕਮਾਂਡ ਅੱਗੇ ਬੇਨਤੀ ਵੀ ਕਰਦਾ ਹਾਂ, ਜਿਹੜੇ ਇਹੋ ਜਿਹੇ ਲੀਡਰ ਆ, ਅਸੀਂ ਇੱਕ ਕਾਂਗਰਸ ਪਾਰਟੀ ਦੇ ਵਿੱਚ ਨਿਰਪੱਖ ਧਰਮਾਂ ਤੋਂ ਉੱਪਰ ਪਾਰਟੀ ਨੂੰ ਸਮਝਦੇ ਹਾਂ, ਪਰ ਕੁਝ ਲੀਡਰ ਜਾਤ ਪਾਤਾਂ ਦੇ ਘੇਰੇ ਵਿੱਚ ਜਿਹੜੇ ਹੈਗੇ ਆ, ਇਹਨਾਂ ਨੂੰ ਵੱਧ ਰਸਤਾ ਹਾਈ ਕਮਾਂਡ ਨੂੰ ਬੇਨਤੀ ਕਰ ਦਿਖਾਉਣਾ ਚਾਹੀਦਾ। ਗਾਂ ਨੂੰ ਹੋਰ ਲੀਡਰਾਂ ਨੂੰ ਮਗਲ ਆਵੇ ਕਿ ਉਹ ਕਿਸੇ ਦੀ ਜਾਤ ਪਾਤ ਦੇ ਖਿਲਾਫ ਜਾਂ ਕਿਸੇ ਦੇ ਸ਼ਾਨ ਦੇ ਖਿਲਾਫ ਕੋਈ ਇਹੋ ਜਿਹਾ ਸ਼ਬਦ ਨਾ ਬੋਲੇ। ਮੈਂ ਦੁਬਾਰਾ ਇਹ ਗੱਲ ਕਰੀ ਫਿਰ ਦੁਹਰਾਉਣਾ ਕਿ ਜੇ ਹਾਈ ਕਮਾਂਡ ਨੇ ਕੋਈ ਸੁਨੀਲ ਜਾਖੜ ਬਾਰੇ ਠੋਕਵਾਂ ਜਵਾਬ ਨਾ ਦਿੱਤਾ ਜਾਂ ਲਿਆ ਫੈਸਲਾ, ਅਸੀਂ ਇਹਦਾ ਬਹੁਤ ਵਿਰੋਧ ਕਰਾਂਗੇ। ਪੰਜਾਬ ਵਿੱਚ ਪੁਤਲੇ ਵੀ ਠੋਕਾਂਗੇ ਇਹੋ ਜਿਹੇ ਲੀਡਰਾਂ ਦੇ, ਅਤੇ ਅਸੀਂ ਜਿੱਥੇ ਤੱਕ ਸਾਡਾ ਜੋਰ ਲੱਗਿਆ ਪੂਰਾ ਲਾਵਾਂਗੇ। ਪਰ ਇਸ ਲੀਡਰ ਨੂੰ ਅਕਲ ਜ਼ਰੂਰ ਦੇਵਾਂਗੇ ਜਿਨ੍ਹਾਂ ਨੇ ਸਾਡੇ ਸਾਬਕਾ ਮੁੱਖ ਮੰਤਰੀ ਸਰਦਾਰ ਚੰਨੀ ਨੂੰ ਇੱਕ ਪੈਰ ਦੀ ਜੁੱਤੀ ਦੱਸ ਕੇ ਪੰਜਾਬ ਦੇ ਵਿੱਚ ਬਹੁਤ ਮਾਣਯੋਗ ਨੇਤਾ ਕੀਤੀ ਹੈ। ਅਸੀਂ ਸਾਰੇ ਲੀਡਰ ਐਸਸੀ ਸਮਾਜ ਦੇ ਇਹਨਾਂ ਦਾ ਵਿਰੋਧ ਕਰਦੇ ਹਾਂ। ਮੈਂ ਇਹਨਾਂ ਨੂੰ ਤੁਹਾਡੇ ਚੈਨਲਾਂ ਦੇ ਰਾਹੀਂ ਦੱਸਣਾ ਚਾਹੁੰਦਾ ਕਿ ਗਾਹਾਂ ਨੂੰ ਕਿਸੇ ਵੀ ਇਹੋ ਜਿਹੇ ਲੀਡਰ ਨੇ ਸਾਡੇ ਸਮਾਜ ਦੀ ਖਾਤਰ ਕੋਈ ਘਟੀਆ ਘਿਨਾਉਣੀ ਹਰਕਤ ਕੀਤੀ, ਅਸੀਂ ਕਦੇ ਵੀ ਬਖਸ਼ਾਂਗੇ ਨਹੀਂ। ਪੰਜਾਬ ਦੇ ਵਿੱਚ 2-3 ਲੀਡਰ ਹੈਗੇ ਜਿਨ੍ਹਾਂ ਦੀ ਖਾਤਰ ਸਾਡੇ ਅੱਜ ਹਾਰ ਦਾ ਮੂੰਹ ਦੇਖਣਾ ਪਿਆ। ਇਹਨਾਂ ਨੇ ਇੱਕ ਐਸੀ ਮੁੱਖ ਮੰਤਰੀ ਦਾ ਇਹਦਾ ਦੇਣ 'ਤੇ ਬਹੁਤ ਹੀ ਜਲਣ ਕੀਤੀ, ਜਿਹੜੇ ਕਿ ਪੰਜਾਬ ਨੂੰ ਅੱਜ ਹਰਾਇਆ, ਕਾਂਗਰਸ ਨੂੰ ਪੰਜਾਬ ਵਿੱਚ ਹਰਾਇਆ। ਮੈਂ ਕਾਂਗਰਸ ਦੇ ਉੱਚ ਲੀਡਰਾਂ ਨੂੰ ਦੁਬਾਰਾ ਫਿਰ ਬੇਨਤੀ ਕਰਦਾ ਕਿ ਜਿਹੜੇ ਲੀਡਰ ਜਾਤ ਪਾਤ ਵਿੱਚ ਫਸੇ ਹੋਏ ਹਨ, ਉਹਨਾਂ ਨੂੰ ਪਾਰਟੀ ਵਿੱਚ ਨਹੀਂ ਰੱਖਣਾ ਚਾਹੀਦਾ, ਇਹਨਾਂ ਨੂੰ ਪਾਰਟੀ ਤੋਂ ਬਾਹਰ ਰਸਤਾ ਦਿਖਾਉਣਾ ਚਾਹੀਦਾ। ਨਹੀਂ ਤਾਂ ਆਉਣ ਵਾਲਾ ਜਿਹੜਾ ਇਲੈਕਸ਼ਨ ਹੈਗਾ 2024 ਦਾ, ਇਹ ਬਹੁਤ ਹੀ ਮੰਦਭਾਗਾ ਹੋਊਗਾ। ਸਾਡਾ ਐਸਸੀ ਸਮਾਜ ਉਸ ਵਿੱਚ ਇਹਨਾਂ ਲੀਡਰਾਂ ਦਾ ਬਾਈਕਾਟ ਕਰੂਗਾ ਜੇ ਹੁਣ ਤੋਂ ਇਹਨਾਂ ਨੂੰ ਨਾ ਸੰਭਾਲਿਆ ਗਿਆ। ਮੈਂ ਇੰਨਾ ਕਹਿੰਦਾ ਹੋਇਆ ਤੁਹਾਡਾ ਸਾਰੇ ਚੈਨਲਾਂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਜਿਹੜੇ ਅੱਗੇ ਲੀਡਰ ਹੈ ਸਾਡੇ ਬਲਾਚੌਰ ਦੇ ਵਿੱਚ ਹੋਰ ਵੀ ਜਿਹੜੇ ਅੱਜ ਇਸ ਮੁੱਦੇ ਦੇ ਬਾਅਦ ਨਹੀਂ ਉਠਾਏ, ਅਸੀਂ ਉਹਨਾਂ ਨੂੰ ਵੀ ਇੱਕ ਵਾਰੀ ਬੇਨਤੀ ਕਰਦੇ ਹਾਂ ਕਿ ਸਾਡਾ ਉਹ ਸਾਥ ਦੇਣ। ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਵੀ ਇਹ ਖੁਸ਼ੀ ਜ਼ਰੂਰ ਹੋਵੇਗੀ ਕਿ ਐਸਸੀ ਸਮਾਜ ਨੇ ਸਾਡੇ ਲਈ ਕੀ ਕੀਤਾ। ਅੱਜ ਸਾਡਾ ਐਸਸੀ ਸਮਾਜ ਉਹਨਾਂ ਦੇ ਮੂੰਹ ਵੱਲ ਦੇਖਦਾ 2 ਦਿਨ ਹੋ ਗਏ ਕਿ ਕੋਈ ਨਾ ਕੋਈ ਸਾਡਾ ਲੀਡਰ ਜਿਹੜਾ ਬਲਾਚੌਰ ਵਿੱਚ ਹੈ ਅਤੇ ਸਾਡੇ ਬਾਂਹ ਫੜੂਗਾ ਜਾਂ ਸਾਡੇ ਸਮਾਜ ਦੀ ਗੱਲ ਕਰੂਗਾ। ਪਰ ਜਦ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤਾਂ ਅੱਜ ਸਾਨੂੰ ਮਜਬੂਰ ਇਕੱਠੇ ਹੋਣਾ ਪਿਆ, ਜਿਹਦੇ ਵਿੱਚ ਅਸੀਂ ਇਸ ਗੱਲ ਦਾ ਜਿਹੜਾ ਜਾਖੜ ਵੱਲੋਂ ਬੋਲਿਆ ਸ਼ਬਦ ਉਹਦਾ ਪੂਰਾ ਪੁਰਜ਼ੋਰ ਵਿਰੋਧ ਕਰਦੇ ਹਾਂ। ਮੈਂ ਦੁਬਾਰਾ ਫਿਰ ਬੇਨਤੀ ਕਰਦਾ ਤੁਹਾਡੇ ਚੈਨਲਾਂ ਰਾਹੀਂ ਕਿ ਸਾਡੀ ਇਹ ਗੱਲ ਜ਼ਰੂਰ ਉੱਪਰ ਹਾਈ ਕਮਾਂਡ ਤੱਕ ਪਹੁੰਚਣੀ ਚਾਹੀਦੀ ਆ। ਹਾਈ ਕਮਾਂਡ ਨੂੰ ਇਹੋ ਜਿਹੇ ਲੀਡਰ ਨੂੰ ਪਾਰਟੀ ਤੋਂ ਬਾਹਰ ਕਰ ਦੇਣਾ ਚਾਹੀਦਾ। ਇੰਨੇ ਕੁਝ ਕਹਿੰਦਾ ਹੋਇਆ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੈ ਹਿੰਦ। ਇਹ ਜਿਹੜੀ ਤੁਹਾਡੀ ਕਾਰਵਾਈ ਹੈ ਕਿਤੇ ਕਾਗਜ਼ਾਂ ਤੱਕ ਸੀਮਤ ਤਾਂ ਨਹੀਂ ਹੈਗੀ? ਕੀ ਚਾਹੁੰਦੇ ਇਹਦੇ ਬਾਰੇ ਤੁਸੀਂ ਕਾਰਵਾਈ ਕਿਹੜੀ ਚਾਹੁੰਦੇ ਆ ਸੁਨੀਲ ਜਾਖੜ? ਅਸੀਂ ਕਾਗਜ਼ਾਂ ਨਹੀਂ ਸੀਮਤ ਰੱਖਾਂਗੇ ਇਸ ਲੜਾਈ ਨੂੰ। ਅਸੀਂ ਲੜਾਈ ਤੋਂ ਤੱਕ ਲੜਾਂਗੇ ਜਦ ਤੱਕ ਇਹੋ ਜਿਹੇ ਲੀਡਰ ਨੂੰ ਆਪਣੇ ਆਪ ਮਾਫੀ ਨਹੀਂ ਮੰਗਣੀ ਚਾਹੀਦੀ ਜਾਂ ਪਾਰਟੀ ਤੋਂ ਨਹੀਂ ਕੱਢਿਆ ਜਾਂਦਾ, ਜਦ ਤੱਕ ਸਾਡੀ ਲੜਾਈ ਜਾਰੀ ਹੈ। 2019 ਦੇ ਵਿੱਚ ਮਨੀਸ਼ ਤਿਵਾੜੀ ਨੇ ਵੀ ਇਹੀ ਸ਼ਬਦ ਜਿਹੜੇ ਐਸਸੀ ਸਮਾਜ ਬਾਰੇ ਕਹੇ ਸੀਗੇ, ਉਹ ਵੀ ਕਾਗਜ਼ਾਂ ਤੱਕ ਸੀਮਤ ਰਹਿ ਗਏ। 2022 ਦੇ ਵਿੱਚ ਜਿਹੜੇ ਅਜੇ ਮੰਗੂ ਪਰਨੀ ਜਾਂ ਇੱਕ ਆਡੀਓ ਵਾਇਰਲ ਹੋਈ ਸੀ, ਉਹ ਵੀ ਇੱਦਾਂ ਹੀ ਰਹਿ ਗਈ।
ਤੇ ਵਿੱਚ ਕਿਤੇ ਨਾ ਕਿਤੇ ਜਿਹੜੇ ਰਵਨੀਤ ਬਿੱਟੂ ਵੀ ਐਸੀ ਸਮਾਜ ਦੇ ਬਾਰੇ ਜਿਹੜੇ ਗਲਤ ਸ਼ਬਦ ਵਰਤਦੇ ਆ, ਕਿਆ ਆਪਾਂ ਸਿਰਫ ਵੋਟਾਂ ਤੱਕ ਸੀਮਤ ਰਹਿ ਗਏ? ਮੈਂ ਕਈ ਵਾਰੀ ਸੁਣਿਆ, ਮੈਂ ਤੁਹਾਡੀ ਇਹ ਗੱਲ ਸਹੀ ਆ ਸੁਣ ਕੇ, ਪਰ ਇਹ ਜਿਹੜੇ ਬਾਜੇ ਲੀਡਰ ਤਾਂ ਮੌਕੇ 'ਤੇ ਸੰਭਾਲ ਲੈਂਦੇ ਆ ਕਿ ਅਸੀਂ ਆਹ ਕਰਦੇ ਹਾਂ, ਅਸੀਂ ਆਹ ਕਰਦੇ, ਸਾਨੂੰ ਅਸੀਂ ਨਹੀਂ ਕਿਹਾ ਗਿਆ, ਉਹ ਲੋਕਾਂ ਨੂੰ ਸਾਡੇ ਐਸੀ ਸਮਾਜ ਨੂੰ ਭੁਲੇਖੇ ਵਿੱਚ ਰੱਖ ਲੈਂਦੇ ਆ। ਪਰ ਆਹ ਤਾਂ ਅੱਖੀ ਦੇਖਣ ਅੱਖੀ ਸੁਣਨ ਵਾਲੀ ਗੱਲ ਹੈ ਔਰ ਪੜ੍ਹਨ ਵਾਲੀ ਗੱਲ ਹੈ, ਜਿਹਦੇ ਵਿੱਚ ਸਾਨੂੰ ਬਹੁਤ ਦੁੱਖ ਲੱਗਿਆ। ਪਹਿਲਾਂ ਤਾਂ ਜੇ ਸਵੇਰ ਨੂੰ ਗੱਲ ਕਰੀ ਤਾਂ 2 ਘੰਟੇ ਬਾਅਦ ਮਾਫੀ ਮੰਗ ਲੈਂਦੇ ਸੀ, ਪਰ ਜਾਖੜ ਸਾਹਿਬ ਨੇ ਤਾਂ ਇਹੋ ਜਿਹੇ ਸ਼ਬਦ ਕਹਿ ਕੇ ਹਜੇ ਤੱਕ ਵੀ ਉਹਨਾਂ ਦੇ ਕੰਨ ਦੇ ਜੂੰ ਤੱਕ ਨਹੀਂ ਸਕਦੇ। ਪ੍ਰਧਾਨ ਜੀ, ਇਹ ਜਿਹਾ ਤੁਹਾਡੇ ਜਿਹੜੇ ਸਾਬਕਾ ਪ੍ਰਧਾਨ, ਜਦੋਂ ਸਾਡੀ ਪਾਰਟੀ ਸਾਬਕਾ ਪ੍ਰਧਾਨ ਵੀ ਰਹੇ, ਕੀ ਕਹਿ ਦਿੱਤਾ ਕਿ ਤੁਹਾਡੇ ਕੋਲ ਇੰਨਾ ਰੋਸ ਹੈ ਤੇ ਵੈਸੇ ਉਹਨਾਂ ਦਾ ਸਪਸ਼ਟੀਕਰਨ ਸਾਹਮਣੇ ਆ ਵੀ ਰਿਹਾ ਕਿ ਤੁਸੀਂ ਉਹ ਤੋਂ ਸੰਤੁਸ਼ਟ ਨਹੀਂ ਹੋ? ਅਸੀਂ ਉਹਦਾ ਸੰਤੋਸ਼ ਨਹੀਂ ਹੈ। ਇਹੋ ਜਿਹੇ ਪ੍ਰਧਾਨ ਜਿਹੜੇ ਰਹਿੰਦੇ ਹੋਏ ਆਪ ਉਹਨਾਂ ਨੂੰ ਇਹ ਪੁੱਛੋ ਕਿ 2017 ਵਿੱਚ ਉਹ ਇਲੈਕਸ਼ਨ ਹਾਰੇ, 2019 ਵਿੱਚ ਫਿਰ ਉਹਨੂੰ MP ਦਾ ਮੌਕਾ ਮਿਲਿਆ, ਫਿਰ ਉਹ ਹਾਰ ਗਏ। ਜਦ ਕਿ ਚੰਨੀ ਨੇ ਹਰਾਇਆ, ਜਦ ਕਿ ਐਸੀ ਸਮਾਜ ਨੂੰ ਉਹਨਾਂ ਦੇ ਲੀਡਰ ਬਣਾਇਆ ਸੀ ਜਿਹੜਾ ਉਹ ਹਾਰੇ ਸੀ, ਪਹਿਲਾਂ ਚੰਨੀ ਦੇ ਉੱਤੇ ਥੋਪਦੇ ਸਾਰੀਆਂ ਗੱਲ। ਤੇ ਇਹੋ ਜਿਹੇ ਜਿਹੜੇ ਵੱਡੇ ਲੀਡਰ ਵੱਲੋਂ ਬਿਆਨ ਦੇਣਾ, ਇਹਦਾ ਕੀ ਕਾਰਨ ਦੇਖਦੇ ਆ ਤੇ ਬਾਕੀ ਲੀਡਰਾਂ ਦਾ ਨਾਮ ਬੋਲਣਾ ਪਿੱਛੇ ਕੀ ਮਾਨਸਿਕਤਾ ਦੇਖਦੇ ਆ? ਮਾਨਸਿਕਤਾ ਇਹਨਾਂ ਦੀ ਤਾਂ ਇਹੀ ਹੈ ਕਿ ਅਸੀਂ ਪੰਜਾਬ ਕਾਂਗਰਸ ਵਿੱਚ ਜਿਹੜਾ ਹਾਈ ਕਮਾਂਡ ਵਿੱਚ ਸਰਦਾਰ ਚਰਨਜੀਤ ਸਿੰਘ ਨੂੰ ਮੁੱਖ ਮੰਤਰੀ ਚਿਹਰਾ ਲਾਉਂਦੇ ਹਾਂ, ਉਹਦੇ ਵਿੱਚ ਇਹਨਾਂ ਨੂੰ ਜੱਜ ਨਹੀਂ ਹੋਇਆ ਤੇ ਇਹ ਚਿਹਰਾ ਕਿਉਂ ਐਸੀ ਸਮਾਜ ਨੂੰ ਅੱਗੇ ਲਿਆਂਦਾ ਗਿਆ। ਇਹ ਇਹਨਾਂ ਦੀ ਮਾਨਸਿਕਤਾ ਇਹਨਾਂ ਦੀ ਖਰਾਬ ਹੋਈ ਹੈ, ਸਿਰਫ ਉਹਨਾਂ ਨੂੰ ਚਿਹਰਾ ਲਾਉਂਦੇ ਮੁੱਖ ਮੰਤਰੀ। ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ? ਕਿਉਂਕਿ ਇਹਨਾਂ ਲੋਕਾਂ ਦੀ ਮਾਨਸਿਕਤਾ ਤਾਂ ਪਹਿਲਾਂ ਵੀ ਇੱਦਾਂ ਰਹੀ ਕਿ ਸੱਤਾ ਦਾ ਸੁੱਖ ਸੀਗਾ, ਹੁਣ ਵਿਰੋਧੀ ਧਿਰ ਹੋਣ ਕਰਕੇ ਪਾਰਟੀ ਦੀ ਹਾਰ ਦੀ ਬੌਖਲਾਹਟ ਤਾਂ ਨਹੀਂ, ਜਿਹੜੇ ਇਸ ਤਰ੍ਹਾਂ ਦੇ ਬਿਆਨ ਜਾਂ ਤੁਹਾਡੇ ਵੱਲੋਂ ਵਿਰੋਧ ਕੀਤਾ? ਅਸੀਂ ਤਾਂ ਪਹਿਲਾਂ ਤੋਂ ਹੀ ਇਹ ਗੱਲ ਕਹਿੰਦੇ ਆ ਰਹੇ ਹਾਂ, ਹਾਈ ਕਮਾਂਡ ਨੂੰ ਵੀ ਕਹਿੰਦਾ ਹੈ, ਆਪਣੇ ਲੀਡਰ ਨੂੰ ਵੀ ਕਹਿੰਦੇ ਆ ਰਹੇ ਹਾਂ ਕਿ ਜਿਹੜੇ ਇਹੋ ਜਿਹੇ ਲੀਡਰ ਜੋ ਚਾਹ ਰਹੇ ਚੰਨੀ ਦਾ ਸਾਥ ਨਹੀਂ ਦੇ ਰਹੇ, ਪਰ ਅੱਜ ਤਾਂ ਜਗ ਜ਼ਾਹਰ ਹੋ ਗਿਆ ਉਹਨਾਂ ਦੇ ਬਿਆਨ ਜਿਹੜੇ ਆ ਗਏ। ਤੇ ਅੱਪਰ ਦੀ ਲੀਡਰਸ਼ਿਪ ਦੇ ਨਾਲ ਪਾਰਟੀ ਹਾਈ ਕਮਾਂਡ ਤੋਂ ਤੁਸੀਂ ਕੀ ਮੰਗ ਕਰਦੇ ਆ? ਦੇਖਣ ਜਾ ਰਿਹਾ ਤੁਹਾਡੇ ਨਾਲ ਤੇ ਲੋਕਲ ਲੀਡਰਸ਼ਿਪ ਵੀ ਆ, ਉਹ ਵੀ ਤੁਹਾਡੇ ਨਾਲ ਸਾਥ ਦਿੰਦੀ ਨਜ਼ਰ ਨਹੀਂ ਆ ਰਹੀ। ਜਿਹੜੀ ਲੋਕਲ ਲੀਡਰਸ਼ਿਪ ਹੈ ਉਹਨਾਂ ਨੇ ਅੱਜ ਸਾਡੇ ਜਿੱਦਾਂ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿੱਚ ਹਰ ਹਲਕੇ ਤੋਂ ਲੀਡਰ ਬੁਲਾਏ ਗਏ ਆ। ਅਸੀਂ ਅੱਜ ਐਸੀ ਸਮਾਜ ਨੇ ਉਹਦਾ ਵਿਰੋਧ ਕੀਤਾ ਤੇ ਅਸੀਂ ਆਪਣੇ ਲੀਡਰਾਂ ਨੂੰ ਦੱਸ ਚੁੱਕੇ ਹਾਂ ਕਿ ਅਸੀਂ ਕਾਂਗਰਸ ਵਿੱਚ ਹਰ ਇੱਕ ਮੁਜ਼ਾਹਰੇ ਵਿੱਚ, ਹਰ ਇੱਕ ਮੀਟਿੰਗ ਵਿੱਚ ਤਾਂ ਜਾਵਾਂਗੇ ਜਦ ਕਿ ਸਾਡੀ ਇਸ ਗੱਲ ਦਾ ਕੋਈ ਵੀ ਜੜ ਨਾ ਕੱਢਿਆ ਜਾਵੇ।